ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸ ਹੋਏ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ। ਕੋਈ ਨ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਨ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾ ਕੀਆ ਵਡਿਆਈਆਂ। ਤੁਧ ਬਿਨ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਅਤੀ ਸਤਿਕਾਰਯੋਗ ਸਨਮਾਨਯੋਗ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ, ਉਹਨਾਂ ਪਾਸੋਂ ਆ ਬੜੇ ਪਿਆਰ ਨਾਲ ਪਾਵਨ ਸ਼ਬਦ ਦੀ ਵਿਚਾਰ ਕਰੋ ਜੀ। ਗਿਆਨੀ ਜੀ ਦਾ ਸਾਡੇ ਪਾਸ 3 ਦਿਨ ਦਾ ਸਮਾਂ ਹੈ। ਪ੍ਰਬੰਧਕ ਸੇਵਾਦਾਰਾਂ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਜੋੜ ਮੇਲਾ ਉਹਨਾਂ ਦੇ ਅਸਥਾਨ ਮਹਿਰੌਲੀ ਵਿਖੇ 25 ਜੂਨ ਨੂੰ ਅੰਮ੍ਰਿਤ ਵੇਲੇ ਤੋਂ ਦੁਪਹਿਰ ਤੱਕ ਮਨਾਇਆ ਜਾ ਰਿਹਾ ਹੈ। ਆਪ ਸੰਗਤਾਂ ਪ੍ਰਤੀ ਬੇਨਤੀ ਹੈ, ਹਾਜ਼ਰੀਆਂ ਭਰ ਕੇ ਹਰਜਸ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਜੀ। ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਸਹਿਯੋਗ ਨਾਲ 4 ਜੂਨ ਤੋਂ 25 ਜੂਨ ਤੱਕ ਜੋ ਬੱਚਿਆਂ ਨੂੰ ਗੁਰਮੁਖੀ ਅਤੇ ਗੁਰਮਤਿ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਇਹਨਾਂ ਸਮੂਹ ਕੈਂਪਾਂ ਦਾ ਸਾਂਝੇ ਤੌਰ 'ਤੇ ਸ਼ੁਕਰਾਨਾ ਸਮਾਗਮ 25 ਜੂਨ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਕਾਬਗੰਜ ਸਾਹਿਬ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ ਤੱਕ ਕਰਵਾਇਆ ਜਾ ਰਿਹਾ ਹੈ। ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨਾ ਜੀ। ਆਓ ਅਗਲੇ ਸਮੇਂ ਲਈ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ। ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ। ਗਾਵੇਂ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ। ਗਾਵੇਂ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਬੇਸ਼ੁਮਾਰ ਅਥਾ ਅਗਣਤ ਅਤੁਲੈ ਜਿਉ ਬੁਲਾਵੋ ਜਿਉ ਨਾਨਕ ਦਾਸ ਬੋਲੇ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਆ ਕਰੀ ਵਖਿਆ। ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ। ਚਬਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਅਤੇ ਦੇਸ਼ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਵੀ ਮਾਈ ਭਾਈ ਅਨੇਕਾਂ ਸ਼ਰਧਾਲੂ ਸ਼ਰਧਾ ਦੇ ਨਾਲ ਗੁਰੂ ਕੀ ਬਾਣੀ ਦੀ ਵਿਚਾਰ ਕਰਨ ਵਾਸਤੇ ਸੁਣਨ ਵਾਸਤੇ ਜੁੜ ਬੈਠੇ ਹੋ। ਬਾਈ ਸਾਰਿਆਂ ਨੂੰ ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਹੋਵੇ। ਕੋਈ ਰਸਨਾ ਖਾਲੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਵਡਭਾਗੇ ਹੋ ਕਿ ਇਸ ਪਾਵਨ ਅਸਥਾਨ 'ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਇੱਕ ਵਾਰੀ ਲੜੀਵਾਰ ਸੰਪੂਰਨਤਾ ਹੋ ਚੁੱਕੀ ਹੈ। ਫਿਰ ਗੁਰੂ ਨੇ ਕਿਰਪਾ ਕੀਤੀ ਹੈ ਦੁਬਾਰਾ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਲੜੀਵਾਰ ਵਿਚਾਰ ਦੀ ਆਰੰਭਤਾ ਹੋਈ। ਅੱਜ ਗੁਰੂ ਕਿਰਪਾ ਦੁਆਰਾ ਉਹ ਪਾਵਨ ਸ਼ਬਦ ਜੋ ਰਹਿਰਾਸ ਸਾਹਿਬ ਦੀ ਬਾਣੀ ਦੇ ਅੰਦਰ ਸੋਦਰ ਦੀ ਪੌੜੀ ਤੋਂ ਬਾਅਦ ਦੂਸਰੇ ਨੰਬਰ 'ਤੇ ਆਉਂਦਾ ਹੈ, ਜਿਸ ਦਾ ਪਾਠ ਆਪ ਜੀ ਨੇ ਸ਼ਰਮਣ ਕਰ ਲਿਆ। ਇਸ ਪਾਵਨ ਸ਼ਬਦ ਦੀ ਵਿਚਾਰ ਗੁਰੂ ਕੀ ਓਟ ਲੈ ਕੇ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਨੇ ਕਰਨ ਦਾ ਯਤਨ ਕਰਨਾ। ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ
ਸਮੁੱਚੇ ਸੰਸਾਰ ਦੇ ਅੰਦਰ ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਟੋਆ। ਜਦੋਂ ਸੰਸਾਰ 33 ਕਰੋੜ ਦੇਵਤਿਆਂ ਦੀ ਪੂਜਾ ਉਪਾਸਨਾ ਵਿੱਚ ਫਸਿਆ ਹੋਇਆ ਸੀ ਤੇ ਹੈ, ਅੱਜ ਵੀ ਲੋਕਾਂ ਵਿੱਚ ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ ਤੇ ਉਪਾਸਨਾ ਹੈ। ਸਾਨੂੰ ਕੋਈ ਇਤਰਾਜ਼ ਨਹੀਂ, ਜਿਵੇਂ ਜਿਸ ਦੀ ਭਾਵਨਾ ਹੈ। ਪਰ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮਨੁੱਖਤਾ ਦੇ ਭਲੇ ਵਾਸਤੇ ਇਹ ਸੰਦੇਸ਼ ਸਮੁੱਚੇ ਸੰਸਾਰ ਨੂੰ ਦਿੱਤਾ, ਹੈ ਦੁਨੀਆ ਦੇ ਲੋਕੋ, ਪਰਮਾਤਮਾ ਇੱਕ ਹੈ। ਜੇ ਤੁਸੀਂ 33 ਕਰੋੜ ਦੇਵਤਿਆਂ ਦੀ ਪੂਜਾ ਉਪਾਸਨਾ ਵਿੱਚ ਫਸੇ ਰਹੇ, ਤੁਸੀਂ ਉਲਝ ਜਾਓਗੇ। ਜੇ ਕਿਸੇ ਪੈਦਾ ਕਰਨ ਵਾਲੇ ਨੂੰ ਮੰਨੋਗੇ ਤੇ ਪਾਲਣ ਵਾਲਾ ਨਾਰਾਜ਼, ਜੇ ਕਿਸੇ ਪਾਲਣ ਵਾਲੇ ਦੀ ਪੂਜਾ ਕਰੋਗੇ ਤੇ ਮਾਰਨ ਵਾਲਾ ਨਾਰਾਜ਼। ਇਸ ਲਈ ਮੇਰੀ ਸਲਾਹ ਮੰਨੋ, ਇਹਨਾਂ ਉਲਝਣਾਂ ਵਿੱਚ ਨਾ ਪਵੋ। ਤਾਂ ਮੇਰਾ ਇਹ ਦੱਸਣਾ ਫਰਜ਼ ਹੈ, ਭਾਵੇਂ ਤੁਸੀਂ ਪਹਿਲਾਂ ਵੀ ਜਾਣਦੇ ਹੋ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਓਂਕਾਰ ਤੋਂ ਪਹਿਲਾਂ ਇੱਕ ਲਾ ਦਿੱਤਾ ਤੇ ਇਹ ਸੁਨੇਹਾ ਦਿੱਤਾ ਸਾਰੇ ਸੰਸਾਰ ਨੂੰ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਇਹ ਠੀਕ ਹੈ, ਕਈ ਗੁਰਮੁਖਾਂ ਨੂੰ ਬੜਾ ਚਾਅ ਹੁੰਦਾ, ਉਹ ਮੇਰੇ ਤੋਂ ਵੀ ਪਹਿਲਾਂ ਬੋਲਣ ਦਾ ਯਤਨ ਕਰਦੇ। ਨਹੀਂ, ਸੰਗਤੀ ਤੌਰ 'ਤੇ ਰਸ ਤਾਂ ਹੁੰਦਾ ਜੇ ਆਪਣੀ ਆਪਣੀ ਵਾਰੀ ਦੀ ਸੰਭਾਲ ਕੀਤੀ ਜਾਏ, ਕਿਉਂਕਿ ਉਹਦੇ ਨਾਲ ਰਲਗੱਡ ਨਹੀਂ ਹੁੰਦੀ, ਸੰਗਤ ਨੂੰ ਸਮਝ ਆਉਂਦੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੋ ਸੰਦੇਸ਼ ਦਿੱਤਾ, ਕਿਉਂਕਿ ਭਾਈ ਗੁਰਦਾਸ ਜੀ ਲਿਖਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਤਰੋਆ। ਬਾਬੇ ਨੇ ਉਹ ਸੱਚ ਦੀ ਆਵਾਜ਼ ਬੁਲੰਦ ਕੀਤੀ ਜਿਸ ਦੇ ਸਾਹਮਣੇ ਦੰਭੀ ਤੇ ਪਖੰਡੀ ਲੋਕ ਇਸ ਤਰ੍ਹਾਂ ਦੁੰਬ ਦਬਾ ਕੇ ਦੌੜੇ, ਜਿਵੇਂ ਸ਼ੇਰ ਦੀ ਗਰਜ ਸੁਣ ਕੇ ਸਾਰੀ ਮਿਰਗਾਵਲੀ, ਸਾਰੇ ਜੀਵ ਜਿਹੜੇ ਨੇ ਭੱਜ ਖਲੋਂਦੇ ਨੇ, ਕਿਉਂਕਿ ਬਾਬੇ ਦਾ ਆਉਣਾ ਇਉਂ ਸੀ ਜਿਉਂ ਕਰ ਸੂਰਜ ਨਿਕਲਿਆ। ਕੈਸੀ ਮਿਸਾਲ ਦਿੱਤੀ ਭਾਈ ਗੁਰਦਾਸ ਜੀ ਨੇ, ਆਖਿਆ ਜਿਵੇਂ ਆਸਮਾਨ ਵਿੱਚ ਸੂਰਜ ਚੜ੍ਹਦਾ, ਤਾਰੇ ਵੀ ਛਪ ਜਾਂਦੇ ਨੇ, ਅੰਧੇਰਾ ਵੀ ਭੱਜ ਜਾਂਦਾ ਹੈ। ਸੱਚਮੁੱਚ ਇਸੇ ਤਰ੍ਹਾਂ ਬਾਬੇ ਨੇ ਇੱਕ ਵਿਲੱਖਣ ਬਾਤ ਕੀਤੀ, ਰਾਣਾ ਰੰਗ ਬਰਾਬਰੀ, ਪੈਰੀ ਪਵਣਾ ਸਭ ਵਰਤਾਇਆ, ਜਗ ਵਰਤਾਇਆ। ਆਖਿਆ ਅਮੀਰੀ ਤੇ ਗਰੀਬੀ ਦਾ ਭੇਦ ਦੂਰ ਕਰਕੇ, ਜ਼ਾਤਾਂ ਪਾਤਾਂ ਦਾ ਭੇਦ ਦੂਰ ਕਰਕੇ ਇੱਕ ਸੰਗਤ ਤੇ ਇੱਕ ਪੰਗਤ ਬਣਾ ਦਿੱਤੀ ਤੇ ਸਾਰੇ ਸੰਸਾਰ ਵਿੱਚ ਇਹ ਸੰਦੇਸ਼ ਦਿੱਤਾ, ਉਹ ਦੁਨੀਆ ਦੇ ਲੋਕੋ ਐਵੇਂ ਭਰਮ ਭੁਲੇਖੇ ਵਿੱਚ ਨਾ ਪਵੋ। ਪਰਮਾਤਮਾ ਇੱਕ ਹੈ, ਪਰਮਾਤਮਾ ਸਰਵ ਸ਼ਕਤੀਵਾਨ ਹੈ, ਪਰਮਾਤਮਾ ਸਰਵ ਵਿਆਪਕ ਹੈ। ਕਿਉਂਕਿ ਲੋਕ ਪੁੱਛਦੇ ਸਨ, ਜਦੋਂ ਕੋਈ ਨਵੀਂ ਵਿਚਾਰਧਾਰਾ ਆਵੇ ਤੇ ਛੇਤੀ ਨਹੀਂ ਸਮਝ ਆਉਂਦੀ। ਲੋਕਾਂ ਨੇ ਆਖਿਆ ਬਾਬਾ ਨਾਨਕ ਜੀ, ਉਹ ਜਿਸ ਇੱਕ ਦਾ ਤੁਸੀਂ ਜ਼ਿਕਰ ਕਰਦੇ ਹੋ ਰਹਿੰਦਾ ਕਿੱਥੇ ਹੈ? ਤਾਂ ਬਾਬੇ ਨੇ ਆਖਿਆ, ਸਭ ਮੈਂ ਜੋਤ ਜੋਤ ਹੈ ਸੋਏ, ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਦਾ ਚਾਨਣ
सब मैं चानण होए, तिस दै चानण सब मैं चानण होए। ये पंक्तियां भी तुसी रोज पढ़ते सुनते हो। आख्या परमात्मा जोत रूप है ते जोत सारिਆਂ ਵਿੱਚ विराजमान है। ਉਹਦੇ ਕਰਕੇ मैं बोल रहा, ਉਹਦੇ ਕਰਕੇ ਤੁਸੀਂ सुन रहे हो। बाबे ने लोगों का भरम दूर किया ते आख्या लोको ना भुलो ना भुलो, लोगा परम न भूलो भाई, लोगा परम न भूलो भाई। खालक खलक खलक में खालक, खालक खलक खलक में खालक। ये जिहड़ा खालक शब्द है, इहदा अखरी अर्थ है खलकत बनाने वाला। खलक का मतलब है जो खलकत बनाई उसने। बाणी ने यह भुलेखा दूर करदियां समझाया, खालक खलकत तो वखरा नहीं, खलक खालक तो वखरी नहीं। पूर्ण है उस सब ठाई। देखो शंके ते लोगों नूं पैदा हुंदे ने, पर जे बाणी नूं विचारिया जाए तो सब शंकियां का जवाब मिल जाता। आख्या जे सारियां नूं पैदा करन वाला एक है, सारियां दे अंदर एक वर्त रहा, फिर ये शक्लां वख-वख क्यों ने? आख्या आओ मैं दसां तुहानूं। कदे घुमियार दे घर गए हो? घुमियार दे घर बने हुए बर्तन देखे ने? कोई बर्तन छोटा है, कोई बड़ा है। किसी बर्तन की शक्ल किहो जी है, किसी की किहो जी है। किसी का नाम कुछ है, किसी का नाम कुछ है, पर बनाने वाला एक ही है तो मिट्टी भी एक ही है। इउं बाबे ने बाणी द्वारा साडे भरम दूर कीते। आख्या माटी एक अनेक भांत कर, साजी साजन हारे। ना कछ पोच माटी के भांडे, ना कछ पोच कुंभारे। दुनिया दे लोगों एवें भुलेखे विच ना पाओ। आ हुणे हुणे गुरु के कीर्तनीय शब्द पढ़ रहे सन। रे जन मन माधो स्यों लाइए, चतुराई न चतुर्भुज पाइए। हे प्यारे, अपना मन उस मायापति परमात्मा ना लाउणा कर, चतुराइयां ना कर। चतुराइयां ते चलाकियां नाल कदे भी वो चतुर्भुज परमात्मा नहीं मिलता। जो उसनूं मिलना है तो भोले भाए मिले रघुराया। ਉਹਦੇ नाल ते भोला भाओ ही चलता। भोला भाओ गोविंद मिलावे। ਜਿਹੜੇ लोग चतुराइयां चलाकियां उक्तियां जुगतियां विच अपना समा गुजारते हैं, समा तो गुजार लेंगे, पर उन्होंने असलीयत की समझ नहीं आती। तो गुरु नानक सच्चे पातशाह ने इस पावन शब्द द्वारा कितने ही भेद खोले हैं। मर्यादा ये है कि शब्द की विचार करन तो पहला जिहड़ी शब्द की रहाओ की पंक्ति है उन्होंने चंगी तरह समझा जाए, क्योंकि सिंह साहब ने पाठ कर दिता है। तुसी श्रवण कर लिया, मैं भी सुन लिया, पर पातशाह रहाओ की पंक्ति विच फरमांदे ने, वड्डे मेरे साहिबा गहर गंभीरा गुणी गहीरा, कोई न जाने
तेरा केता केवड़ चीरा। रहाओ मैं हमेशा बेनती करदा, लोग रब दीयां गल्लां सुणाउंदे ने, गुरबाणी रब नाल गल्लां कराउंदी है, पर जे असीं करन दी जाच सिखीए तां, जे असीं बाणी नूं उसे ढंग नाल पढ़ीए जिस ढंग नाल गुरु नानक पातशाह ने उचारण कीती है, साडियां परमेश्वर नाल सिद्धियां गल्लां होण। देखो रहाओ दी पंक्ति विच की कह रहे, वड्डे मेरे साहिबा, हे मेरे साहिब, हे मेरे मालक, हे मेरे स्वामी, तू बहुत बड़ा। कितना बड़ा है? गहर गंभीरा। गहर कहते ने डूंघे, गंभीर कहते ने बहुत ही डूंघे। गुणी गहीरा, तू गुणा का बहुत बड़ा खजाना है, पर कोई न जाने तेरा केता केवड़ चीर। किसी को ये पता नहीं लग सकिया कि तेरा ये चीरा दफ्तर खलारा कितना बड़ा है। बड़े लोग इत्थे आए, बड़िया ने यतन किया, पर कोई भी ये निर्णय नहीं कर सके। हाँ, ਜਿਹੜੇ भी सुनते हैं, ਜਿਹੜੇ भी सत्संगत विच आउंदे हैं, वो सुन सुन के कहते हैं कि वो बहुत बड़ा। गल इत्थों शुरू हुई, पर पहला गुरु नानक सच्चे पातशाह ने बंदिश लाई, आख्या वड्डे मेरे साहिबा, गहर गंभीरा, गुणी गहीरा, कोई न जाने तेरा केता केवड़ चीरा। तुसी जपजी साहिब दी विचार सुन चुके, ਉਹਦੇ ਵਿੱਚ भी पातशाह ने फरमाया, अंत न सिफती, कहन न अंत, अंत न करने, देन न अंत, अंत न वेखण, सुनन न अंत, अंत न जापै क्या मन मंत, अंत न जापै कीता आकार, अंत न जापै पारावार, अंत कारण केते बिरलाहे, ताके अंत न पाए जाए। ये अंत न जाना है कोई, बहुता कहिए बहुता होए। वड्डा साहिब ऊंचा थाऊं, ऊंचे उपर ऊंचा नाऊं, ये वड ऊंचा होवे कोई, तिस ऊंचे को जाने से। फिर आप ही फैसला करता, जे वड आप जाने आप जितना बड़ा वो है, वो आप ही जानता वो कितना बड़ा। हाँ, जिन्हों उत्ते उसकी मेहर हो जाए। ये भी लिखा, जिसनों तू जानाए सोई जन जाने, हर गुण सद ही आख वखाणे, जिन हर सेविया तिन सुख पाया, सहजे ही हर नाम समय। ये जी समाउण वाली गल है, इस छेती समझ नहीं आती। भावें तुसी जपजी साहब की विचार सुन चुके हो, पर उसे जपजी साहिब की विचार विच ही गुरु नानक सच्चे पातशाह ने फरमाया, आख्या ये गल कोई जान ही नहीं सकता। तुसी आखोगे फिर पातशाह कहते नदियाँ अतै वाह, नदियाँ अतै वाह। नदियाँ कहते ने वड्डे दरियावां नूं, वाह कहते ने छोटे नालियां नूं। छोटे नाले रल के नदी बनती है, तो नदी बन के चलती चलती कित्थे जाती है? समुंदर विच। नदियाँ अतै वाह, भावें समुंद न जाणीए। नदियाँ ते नाले चलते चलते समुंदर विच जा पैंदे हन, फिर की बन जाते हैं? समुंदर। उन्होंने कदे आके दसिया नहीं कि समुंदर किड़ा बड़ा।
ਜਦੋਂ ਆਪ ਹੀ ਸਮੁੰਦਰ ਬਣ ਗਿਆ। ਨਦੀਆਂ ਅਤੇ ਵਾਹ ਭਾਵੇਂ ਸਮੁੰਦ, ਇੱਥੇ ਸਮੁੰਦ ਦੇ ਦਦੇ ਨੂੰ ਸਿਹਾਰੀ ਹੈ, ਸਮੁੰਦਰ ਵਿੱਚ ਪੈ ਜਾਂਦੇ ਹਨ, ਪਰ ਇਤਨਾ ਨਹੀਂ ਦੱਸ ਸਕਦੇ ਕਿ ਸਮੁੰਦਰ ਕਿਤਨਾ ਵੱਡਾ। ਬਸ ਇਹ ਗੱਲ ਧਿਆਨ ਵਿੱਚ ਰੱਖਣੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਹ ਸ਼ਬਦ ਵਿੱਚ ਫਰਮਾਉਂਦੇ ਨੇ, ਵੱਡੇ ਮੇਰੇ ਸਾਹਿਬਾ, ਵੱਡੇ ਮੇਰੇ ਸਾਹਿਬਾ। ਗਹਿਰ ਗੰਭੀਰਾ ਗੁਣੀ ਗਹੀਰਾ, ਗਹਿ कोई न जाने तेरा केता केवड़ चीरा, कोई न जाने तेरा केता केवड़ चीरा, तेरा केता केवड़ चीर कोई न जाने। ये उस वाहिगुरु की बेअंतता है। सचमुच कई लोग बड़ा ज्ञान हासिल कर लेंगे, पर उस परमात्मा का अंत नहीं कोई जान सकता। ये गल सानू सारियां नू अपने अंदर दृढ़ कर लेनी चाहिए। हाँ, असी उसके गुण गा सकते हैं, उसकी सिर्फ सलाह करके उसदे नाल एकमिक हो सकते हैं, पर यह दस्सण की समर्था नहीं। कबीर जी भी कहते हैं, कहो कबीर गूंगे गुड़ खाया, पूछे ते क्या कहिए, जिन हर पायो तिने छपायो। मैं इनू इस तरह समझदा हाँ कि जिमें तुहाडी जेब विच पैसे हैं, मेरी जेब विच पैसे हैं, कोई पूछे भी तुहाडी जेब च किन्ने पैसे ने, तुसी दसोगे? तुसी कहंदे तू की लेना है? पैसे मेरे, मेरी जेब विच तू की लेना है? सचमुच इस तरह जिन हर पायो तिने छपायो, जिन हर पायो तिने छपायो। ਜਿਹੜੇ ਢੰਡੋਰਾ ਪਿੱਟਦੇ ਫਿਰਦੇ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪਤਾ ਉਹਨਾਂ ਨੂੰ ਵੀ ਕੋਈ ਨਹੀਂ। ਅੱਜ ਸਾਡੀ ਧਰਮ ਦੀ ਦੁਨੀਆ ਵਿੱਚ ਇੱਕ ਸ਼ਬਦ ਪ੍ਰਚਲਿਤ ਹੋ ਗਿਆ, ਫਲਾਣਾ ਜੀ ਬੜਾ ਪਹੁੰਚਿਆ ਹੋਇਆ। ਮੈਂ ਕਈ ਵਾਰੀ ਪੁੱਛ ਲੈਣਾ ਜੀ ਕਿੱਥੇ ਪਹੁੰਚਿਆ, ਇਹ ਕਿਸੇ ਨੂੰ ਪਤਾ ਨਹੀਂ। ਨਾ ਪਹੁੰਚਣ ਵਾਲੇ ਨੂੰ ਪਤਾ ਤੇ ਨਾ ਕਹਿਣ ਵਾਲੇ ਨੂੰ ਪਤਾ। तो बाबा नानक जी कहते हैं जिन्हों ने जान लिया वो कदे नहीं कहते कि असी जान लिया। वो तो कहते हैं वो बड़ा बेअंत है। रोज़ असी अरदास विच कहने तू ठाकुर तुम पै अरदास, जियो पिंड सब तेरी रास, तुम मात पिता हम बारिक तेरे, तुमरी कृपा में सूख घनेरे, कोई न जाने तुमरा अंत, ऊंचे ते ऊंचा भगवंत, सगल समगरी तुमरे सूत्रधारी, तुम ते होए सो आज्ञाकारी, तुमरी गत मित तुम ही जान, नानक दास सदा कुर्बानी। इसलिए पातशाह कहते प्यारिओ सुन वड्डा आखे सब कोई। आम तौर पर असी पाठ सुन वड्डा इकट्ठा कर देना नहीं, सुनते थोड़ा जिहा रुक जाओ। सुन दे नाने नूं सिहारी है। सुन सुन के मैं तुसी सारे कह रहे ने परमात्मा बहुत वड्डा। सुन वड्डा आखे सब कोई, केवड वड्डा डीठा हो। वो कितना वड्डा है ये तो वही उससे दर्शन करके ही पता लगता। जिसने देख लिया है वही दस सकता, पर गुरुदेव कहते ने नहीं, साडा काम ओदी सिर्फ सलाह करनी, साडा काम उसका अंत नहीं जानना। जे गुरु अर्जुन देव जी ने पूछो तो उन्हें कमाल ही कर देती।
उन्हें आख्या पिता का जन्म के जाने पूत। समझो, जे कोई पुत्र नूं पुछे दस तेरे पिता का जन्म कदों होया, वो दस सकता है? वो आंदा मैनू की पता, मैं तो बाद में आया। पिता का जन्म के जाने पूत, सगल परोई अपने सूत। सुमत ज्ञान ध्यान जिन दे, जन दास नाम त्यावें से। जिन्होंने वो श्रेष्ठ मत दिंदा है, जिन्होंने वो ऐसी समझ दिंदा है, वो फिर उस परमात्मा के गुण गायन करते। इसलिए पातशाह ने ये शर्त ला दी, हे वाहिगुरु जिसनों तू जाना है सोई जन जाने, हर गुण सद ही आख बखाने। जिन हर सेविया तिन सुख पाया, जिन हर सेविया तिन सुख पाया। सहजे ही हर नाम समाया, सहजे ही हर नाम समाया। तो नाम जपद्या वो तेरा रूप बन जाते। भगत कबीर जी भी कहते हैं तू तू करता तू हुआ, मुझ में रहा न हूँ। जब आपा पर कह मिट गया, जत देखा तत तू। तो गुरु नानक पातशाह ने बड़े सुंदर तरीके नाल इहदा निर्णय कीता ते आख्या सुन वड्डा आख्या सब कोए, के वड वड्डा जीठा होए। इस अखर गुरबाणी विच के वड, ए वड, जे वड, ते वड, इहदा अर्थ यही है किड्डा वड्डा, जिड्डा वड्डा, एडा वड्डा, तिड्डा वड्डा। ये वो परमात्मा ही जानदा है। हाँ जिसनों दर्शन हो जान, ਉਹਦੀ फिर पछाण की है? बस वो तो हर गुण आख बखन, वो तो वाह वाह ही करता है। ਉਹਦੀ अवस्था ये बन जाती है कि सौंदे वाह वाह उच्च रहें, सौंदे वाह वाह उच्च रहें। उठ दे भी वाह करेन, उठ दे भी वाह करेन। नानक ते मुख उजले, जे नित उठ संभालेन। आ हुणे जपजी साहब दे भोग विच जरा श्लोक पढ़े, जिन्नी नाम त्याया गए मशक्कत घाल, नानक ते मुख उजले कहती छुट्टी ना। सुन वड्डा आख्या तब कोय, के वड वड्डा डीठा होए। कितना वड्डा है ये तो उस दे दर्शन करके ही पता लग सकता। पर इत्थे ते हालत ये है कि जिसनों दर्शन हो जाते ने वो दर्शन की समर्था नहीं रखता। ज्यों जल में जल आए खटाना, त्यों ज्योति संग जोत समाना। मिट गए गमन पाए विश्राम, नानक प्रभ कै सद कुर्बान। सुन वड्डा आख्या सब कोय, के वड वड्डा डीठा होए। कीमत पाए न कहा जाए। लो बैन लग गया। आख्या ना उसकी कीमत पाई जा सकती है ते ना वो कहा जा सकता। कोई दावा करे, कोई डींग मारे। भगत कबीर जी ने बड़ा इतराज़ किया। आख्या राम राम करता सब जग फिरै, राम न कहा जाए। लोग कहते हैं पर कदे किसी कोलों उसका मुकम्मल बयान नहीं हो सके। फिर की करना चाहिए? भगत जी ने आप ही दस दिता
कबीर रामै राम को कहबे माए बबेक, एक अनेकै मिल गया एक समाना एक। ਜਿਹੜਾ ਉਸ ਇੱਕ ਨਾਲ ਰਲ ਕੇ ਇੱਕ ਦਾ ਰੂਪ ਹੋ ਗਿਆ, ਉਹ ਕਦੋਂ ਦੱਸੇਗਾ, ਕਿਵੇਂ ਦੱਸੇਗਾ, ਦੱਸ ਹੀ ਨਹੀਂ ਸਕਦਾ। ਤੋ ਧਿਆਨ ਦੇਣਾ, ਆਪਣੀ ਸੁਰਤੀ ਨੂੰ ਉੱਥੇ ਜੋੜੀ ਰੱਖਣਾ। ਸੁਣ, ਵੱਡਾ ਆਖੈ ਸਭ ਕੋਏ, ਕਿ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ समाए। ਸਮਾਂ ਇੱਕ ਅਵਸਥਾ ਹੈ ਸਾਥੋਂ, ਇਹ ਠੀਕ ਹੈ ਕਿ ਉਹ ਹਰ ਇੱਕ ਨੂੰ ਨਹੀਂ ਮਿਲਦੀ। ਉਹ ਅਵਸਥਾ ਕਿਸੇ ਭਾਗਾਂ ਵਾਲੇ ਨੂੰ ਮਿਲਦੀ, ਪਰ ਜਿਹੜਾ ਉਹਦਾ ਰੂਪ ਬਣ ਗਿਆ, ਜਿਹੜਾ ਉਹਦੇ ਨਾਲ ਇੱਕ ਮਿਕ ਹੋ ਗਿਆ, ਉਹ ਕਿਵੇਂ ਦੱਸੇਗਾ? ਉਹਦੇ ਵਿੱਚ ਦੱਸਣ ਦੀ ਕੋਈ ਸਮਰੱਥਾ ਨਹੀਂ। ਮੈਂ ਜਪਜੀ ਸਾਹਿਬ ਵਿੱਚੋਂ ਇਸੇ ਲਈ ਤੁਹਾਨੂੰ ਮਿਸਾਲ ਦਿੱਤੀ ਹੈ ਕਿ ਨਦੀਆਂ ਤਹਿਵਾ ਭਵੇਂ ਸਮੁੰਦ ਨਾ ਜਾਣੀਐ, ਸਮੁੰਦ ਸ਼ਾਹ ਸੁਲਤਾਨ ਗਿਰਹਾ ਤੇ ਤੀਮਾਲ ਧਨ, ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਬੀਸਰੈ। ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਸ ਨੂੰ ਯਾਦ ਕੀਤਾ ਜਾਏ। ਇਸੇ ਲਈ ਬਾਣੀ ਵਿੱਚ ਪਾਤਸ਼ਾਹ ਨੇ ਕਿਹਾ, ਗਿਣਤੀਆਂ ਮਿਣਤੀਆਂ ਨਾ ਕਰੋ। ਲੋਕ ਗਿਣਤੀਆਂ ਮਿਣਤੀਆਂ ਕਰਦੇ ਨੇ, ਰਾਮ 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 ਇੱਕ, ਰਾਮ 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 ਦੋ, ਫਿਰ ਕਈ ਮਾਲਾ ਫੇਰਦੇ ਤੇ ਗਿਣਦੇ ਨੇ, ਇੰਨੀਆਂ ਮਾਲਾ ਫੇਰੀਆਂ। ਪਰ ਗੁਰਬਾਣੀ ਕਹਿੰਦੀ ਨਾ ਭਾਈ, ਗਿਣਤੀਆਂ ਮਿਣਤੀਆਂ ਦੀ ਕੋਈ ਲੋੜ ਨਹੀਂ। ਉਠਤ ਬੈਠਤ ਸੋਵਤ ਧਿਆਈ ਹੈ, ਉਠਤ ਬੈਠਤ ਸੋਵਤ ਧਿਆਈ ਹੈ। मार्ग चलत हरे हर गाइए, मार्ग चलत हरे हर गाइए। जिन्हां महापुरुषां कोल दास बचपन विच विद्या पढ़दा सी, संत तेजा सिंह जी महाराज डबल MA हार्वर्ड यूनीवर्सिटी के डबल MA सन, बड़े विद्वान सन। पर जदों परमेश्वर के सिमरन की गल समझाते, बड़ा ही सरल तरीका से उन्होंने आंदे, बीबियो भैनों दुध रिड़कदियाँ हो, चलो हुण तो कहोगे जी नहीं रिड़कदियाँ, पर पहला सब रिड़कते। आख्या सजे हाथी रस्सी खिंचिया करो, आखो वाह, खब्बे हाथी खिंचो, आखो गुरु वाह गुरु वाह गुरु। नाले दुध रिड़किया जाएगा, नाले वाहगुरु सिमरिया जाएगा। जेड़ा लस्सी पिएगा वो भी सिमरेगा, जेड़ा मक्खन खाएगा वो भी सिमरेगा। आंदे जे तुसी साइकिल चलाउंदे हो, सज्जा पैडल दबो तो आखो वाह, खब्बा दबो तो आखो गुरु। जे तुसी आटा गुंदियां हो, दो हत्थां नाल मुक्की दिंदियां हो, सज्जे नाल करो वाह, खब्बे नाल। इत्थे गिणती मिणती की कोई लोड़ नहीं। ते बाबा नानक जी कहते ने, जिसनूं बख्शे सिफत सलाह, जिसनूं बख्शे सिफत सलाह। नानक पातशाही पातशाह, नानक पातशाही पातशाह। नानक जी फरमाते ने, वो पातशाहां दा पातशाह, जिसनूं परमात्मा अपनी सिफत सलाह बख्शदा। ते गुरु अर्जन देव जी ने इस तो भी होर सौखा तरीका दस्या। आख्या तुहानूं घर छड्ड के जंगल जाण दी लोड़ नहीं, तुहानूं सोहणे कपड़े त्याग के पिंडे ते सुआ मलण दी लोड़ नहीं। की करो, जे प्रसाद बसें सुख मंदर, तिसे ध्याए सदा मन।
जे प्रसाद गृह संग सुख बसना, आठ पैर सिमरो तिस रसना। जे प्रसाद रंग रस भोग, नानक सदा ध्याइयै ध्यान। आख्या घर विच रहो, प्रसादा पानी तुहाडे अगे आया है, छको, पर छकण तो पहला भी उहदा शुकराना करो, छकण तो बाद भी शुकराना करो। बस ये है उस नाल जुड़न ते एक मिक होने का तरीका। अंत पाउण वाले पासे ना जाओ, क्योंकि अंत कारण केते बिल लाहे, ताकि अंत न पाए जाए। ये अंत न जाने कोई, बहुता कही है बहुता सुन। वड्डा आखे सब कोए, के वड वड्डा डीठा होए, कीमत पाए न कहा जाए, कहने वाले तेरे रहे समाए। जिहड़े समा गए, एक मिक हो गए, उहदा रूप बन गए, वो किवें दसणगे। फिर पातशाह कहंदे वड्डे मेरे साहिबा, गहर गंभीरा, गुणी गहीरा, कोई न जाने तेरा केता केवड़ चीरा। रहाओ सब सुरती मिल सुरत कमाई। सब एक कलैक्टिव नाउन है। जितने भी सुरतियाँ जोड़न वाले, समाधियाँ लाउण वाले, ध्यान लाउण वाले, सब ने अपनी सुरत जोड़ के यत्न किया। सब कीमत मिल कीमत पाई। वैल्यू पाउण वाले होंदे ने ना, ਜਿਹੜੇ ਕੀਮਤ ਪਾਉਂਦੇ ਨੇ, ਇਹ ਚੀਜ਼ ਇੰਨੇ ਦੀ, ਇਹ ਚੀਜ਼ ਇੰਨੇ। ਕਹਿੰਦੇ ਕੀਮਤ ਪਾਉਣ ਵਾਲਿਆਂ ਨੇ ਰਲ ਕੇ ਕੀਮਤ ਪਾਉਣ ਦਾ ਵੀ ਯਤਨ ਕੀਤਾ। ਗਿਆਨੀ ਧਿਆਨੀ ਗੁਰ ਗੁਰ ਹਾਈ, ਬੜੇ ਬੜੇ ਗਿਆਨਵਾਨ, ਬੜੇ ਬੜੇ ਧਿਆਨ ਜੋੜਨ ਵਾਲੇ, ਬੜੇ ਬੜੇ ਗੁਰ ਹਾਈ, ਗੁਰਮਤਿ ਦਾ ਪ੍ਰਚਾਰ ਕਰਨ ਵਾਲੇ। ਕਹਿੰਦੇ ਸਭ ਨੇ ਯਤਨ ਕੀਤਾ, ਪਰ ਕਹਿਣ ਨਾ ਜਾਈ तेरी तिल वडियाई। इसीलिए गुरु अर्जुन देव पातशाह ने सिर फेर दिता, आख्या हे वाहिगुरु, असी तेरे गुण नहीं गा सकते। जेवा एक कमन गुण कही है, जेवा एक कमन गुण कही है। आख्या साड़ी एक जीबा है, किहड़े किहड़े गुण तेरे गाई। बेशुमार बेअंत सुवामी, बेशुमार बेअंत सुवामी। तेरो अंत न के नहीं लही है, तेरो अंत न के नहीं लही है। लो अगे चल के पातशाह कहते हैं सब सत सब तप सब चंगियाइयाँ। जितने सत गुरबाणी विच ये सत अखर तीन रूपों में आउंदा। एक सत तत्ते नूं सियारी नाल, एक सत तत्ता मुक्ता, एक सत तत्ते नूं औंकड़ नाल। जिहड़ा ते सियारी वाला सत है, ਉਹਦਾ अर्थ है सत्य। ਜਿਹੜਾ सत तत्ता मुक्ता है वो गिणती का सत है। ਜਿਹੜਾ सत तत्ते नूं औंकड़ वाला है वो है आचरण, करैक्टर, दान करना। पर इत्थे सत दा तत्ता औंकड़ हट के बहुवचन बन गया। सब चंगे कर्म करन वाले, दान करन वाले, तप करन वाले, सारियां चंगियाइयां दे मालक जो हैं, सब सत सब तप सब चंगियाइयाँ, सिद्धा पुरखां कीआं वडियाइयां। जिहड़े बड़े बड़े सिद्ध पुरुष जिन्हां ने सिद्धियां हासिल कर लईआं ने ते बड़ियां वडियाइयां प्राप्त कर लईआं, मैनूं कहंदे ने समझ आ गई है कि तुद विण सिद्धि किनै न पाईया, तुद विण सिद्धि किनै न पाईया।
तेरी किरपा तो बिना, तेरी बख्शिश तो बिना किसी ਨੂੰ ਕੋਈ ਸਿੱਧੀ ਪ੍ਰਾਪਤ ਨਹੀਂ ਹੋ ਸਕਦੀ। ਇਸ ਲਈ ਅਸੀਂ ਤੇ ਹਮੇਸ਼ਾ ਉਹਦੇ ਕੋਲੋਂ ਉਹਦੀ ਬਖਸ਼ਿਸ਼ ਮੰਗਣੀ ਹੈ। ਇਹ ਨਹੀਂ ਕਦੇ ਕਹਿਣਾ ਕਿ ਅਸੀਂ ਤੇਰਾ ਅੰਤ ਪਾਵਾਂ, ਨਹੀਂ, ਅਸੀਂ ਅੰਤ ਪਾ ਹੀ ਨਹੀਂ ਸਕਦੇ। ਅਸੀਂ ਉਸ ਦਾ ਸਿਮਰਨ ਕਰਦੇ ਕਰਦੇ ਉਹਦੇ ਵਿੱਚ ਸਮਾ ਸਕਦੇ, ਪਰ ਅੰਤ ਨਹੀਂ ਪਾ ਸਕਦੇ। ਆਖਿਆ ਤੁਝ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਾਈ। ਇੱਥੇ ਕਰਮ ਦੇ ਮੰਮੇ ਨੂੰ ਸਿਹਾਰੀ ਹੈ, ਜਿਹਦਾ ਅਰਥ ਹੈ ਜਿਹਦੇ 'ਤੇ ਤੇਰੀ ਬਖਸ਼ਿਸ਼ ਹੋ ਜਾਏ, ਜਿਹਦੇ 'ਤੇ ਤੇਰੀ ਮਿਹਰ ਹੋ ਜਾਏ, ਉਹਨੂੰ ਇਹ ਦਾਤ ਮਿਲ ਜਾਂਦੀ ਹੈ। ਉਹਦੇ ਅੱਗੇ ਕੋਈ ਠਾਕ ਦਾ ਮਤਲਬ ਹੈ ਕੋਈ ਰੁਕਾਵਟ ਨਹੀਂ ਪੈਦਾ ਕਰ ਸਕਦਾ, ਜਿਸ 'ਤੇ ਤੂੰ ਮਿਹਰਬਾਨ ਹੋ ਜਾਏ। ਇਸੇ ਲਈ ਜਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਇਹ ਅਰਦਾਸ ਕਰਿਆ ਕਰੋ, ਜੇ ਤੂੰ ਟੁੱਠਾ ਕਿਰਪਾ ਨਿਧਾਨ, ਜੇ ਤੂੰ ਟੁੱਟਾ ਕਿਰਪਾ ਨਿਧਾਨ। ਦੇਖੋ ਮੈਂ ਮੰਗਾਂਗਾ ਤੇ ਆਪਣੇ ਵੱਲੋਂ, ਤੁਸੀਂ ਮੰਗੋਗੇ ਤੁਹਾਡੇ ਵੱਲੋਂ। ਅਸੀਂ ਇੱਥੇ ਵੀ ਖੁੰਝ ਜਾਂਦੇ ਹਾਂ। ਅਸੀਂ ਕਹਿੰਦੇ ਜੀ ਤੁਸੀਂ ਸਾਡੀ ਅਰਦਾਸ ਕਰੋ। ਨਹੀਂ ਭਾਈ, ਜੇ ਤੁਹਾਨੂੰ ਭੁੱਖ ਹੈ, ਜੇ ਤੁਹਾਡੀ ਲੋੜ ਹੈ ਤਾਂ ਤੁਸੀਂ ਕਰੋ। ਬਾਬਾ ਨਾਨਕ ਜੀ ਤੇ ਇਹੀ ਕਹਿੰਦੇ ਨੇ, ਜੇ ਤੂੰ ਟੁੱਠਾ ਕਿਰਪਾ ਨਿਧਾਨ, ਜੇ ਤੂੰ ਟੁੱਠਾ ਕਿਰਪਾ ਨਿਧਾਨ। ਨਾ ਦੂਜਾ ਵੇਖਾਲ, ਨਾ ਦੂਜਾ ਵੇਖਾਲ। ਆਪਣੇ ਦਰ ਤੋਂ ਬਿਨਾਂ ਕਿਸੇ ਹੋਰ ਦਰ ਵੱਲ ਸਾਨੂੰ ਨਾ ਭੇਜੇ। ਇਹ ਪਾਈ ਮੂੰਹ ਦਾਤੜੀ, ਨਿਤ ਹਿਰਦੇ ਰੱਖਾਂ ਸਮਾਨ। ਮੈਂ ਨਿਤਾ ਪ੍ਰਤੀ ਤੈਨੂੰ ਆਪਣੇ ਹਿਰਦੇ ਵਿੱਚ ਯਾਦ ਕਰਾਂ। ਪਾਮ ਜੁਲਾਈ ਪੰਧ ਤੋਂ, ਜੇ ਮੇਰੇ ਪੈਰ ਚੱਲਣ ਤੇ ਤੇਰੇ ਵੱਲ ਚੱਲਣ। ਪਾਮ ਜੁਲਾਈ ਪੰਧ ਤੋਂ, ਨੇਤਰੀ ਦਰਸ਼ ਨਿਹਾਲ। ਸ਼੍ਰਵਣੀ ਸੁਣੀ ਕਹਾਣੀਆਂ, ਜੇ ਗੁਰ ਥੀਵੈ ਕਿਰਪਾ। ਤੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਪਿਆਰਿਓ ਇਹ ਅਰਦਾਸ ਕਰੋ ਕਿ ਹੇ ਵਾਹਿਗੁਰੂ, ਆਖਣ ਵਾਲਾ ਕਿਆ ਵਿਚਾਰਾ, ਆਖਣ ਵਾਲਾ ਕਿਆ ਵਿਚਾਰਾ। ਸਿਫਤੀ ਭਰੇ ਤੇਰੇ ਭੰਡਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਇਹ ਵਿਚਾਰਾ ਜੀਵ ਆਖਣ ਵਾਲਾ ਕੀ ਸਮਰਥਾ ਰੱਖਦਾ, ਇਹਦੀ ਕੀ ਪਾਇਆ ਹੈ। ਬਾਬਾ ਨਾਨਕ ਜੀ ਤੇ ਰੋਜ਼ ਕਹਿੰਦੇ, ਕੁਦਰਤ ਕਵਨ ਕਹਾਂ ਵਿਚਾਰ, ਕੁਦਰਤ ਕਵਨ ਕਹਾਂ ਵਿਚਾਰ। ਇੱਥੇ ਕੁਦਰਤ ਦਾ ਮਤਲਬ ਹੈ ਮੇਰੀ ਕੀ ਸਮਰਥਾ ਹੈ, ਮੇਰੀ ਕੀ ਪਾਇਆ ਹੈ ਕਿ ਮੈਂ ਤੁਹਾਡੇ ਕਿਸੇ ਪੱਖ 'ਤੇ ਵਿਚਾਰ ਕਰ ਸਕਾਂ। ਵਾਰਿਆ ਨਾ ਜਾਵਾਂ ਏਕ ਵਾਰ, ਵਾਰਿਆ ਨਾ ਜਾਵਾਂ ਏਕ ਵਾਰ। ਬਸ ਮੈਂ ਤੇ ਇਹੀ ਕਹਿਣਾ, ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਆਖਣ ਵਾਲਾ ਕਿਆ ਵਿਚਾਰਾ। ਜਿਵੇਂ ਕੋਈ ਬੂੰਦ ਸਮੁੰਦਰ ਦਾ ਕੀ ਵਰਣਨ ਕਰ ਸਕਦੀ,
ਅਸੀਂ ਤੁਛ ਜੀਵ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਵੀ ਕੁਝ ਨਹੀਂ ਕਰ ਸਕਦੇ। ਹਾਂ, ਇਹ ਠੀਕ ਹੈ ਕਿ ਸਾਡਾ ਇਹ ਫਰਜ਼ ਹੈ, ਸਾਡੀ ਇਹ ਡਿਊਟੀ ਹੈ ਕਿ ਅਸੀਂ ਉਹਦੇ ਗੁਣਾਂ ਨੂੰ ਯਾਦ ਕਰੀਏ। ਬਸ ਗੁਣਾਂ ਨੂੰ ਯਾਦ ਕਰਨ ਦਾ ਫਾਇਦਾ ਇਹ ਹੈ ਕਿ ਅਸੀਂ ਅਹੰਕਾਰੀ ਨਹੀਂ ਬਣਾਂਗੇ, ਅਸੀਂ ਅਕਿਰਤਕਾਨ ਨਹੀਂ ਬਣਾਂਗੇ। ਰੋਜ਼ ਤੁਸੀਂ ਸੁਖਮਨੀ ਸਾਹਿਬ 'ਚ ਪੜ੍ਹਦੇ ਹੋ, ਨਿਰਗੁਣਿਆਰ ਇਆਨਿਆ, ਨਿਰਗੁਣਿਆਰ ਇਆਨਿਆ। ਸੋ ਪ੍ਰਭ ਸਦਾ ਸਮਾਲ, ਸੋ ਪ੍ਰਭ ਸਦਾ ਸਮਾਲ। ਜਿਨ ਕੀਆ ਤਿਸ ਚੀਤ ਰਖ, ਜਿਨ ਕੀਆ ਤਿਸ ਚੀਤ ਰਖ। ਨਾਨਕ ਨਿਭਹੀ ਨਾਲ, ਨਾਨਕ ਨਿਭਹੀ ਨਾਲ। ਜਿਉਂ ਜਿਉਂ ਬਾਣੀ ਨੂੰ ਧਿਆਨਪੂਰਵਕ ਪੜ੍ਹਾਂਗੇ, ਸਿਮਰਨ। ਆ ਥੋੜ੍ਹੇ ਦਿਨ ਹੋਏ ਦਾਸ ਪੰਜੋਖਰਾ ਸਾਹਿਬ ਚਲਾ ਗਿਆ, ਨਮਸਕਾਰ ਕਰਕੇ ਪਰਿਕਰਮਾ ਕਰਕੇ ਬਾਹਰ ਆਇਆ। ਇੱਕ ਗੁਰੂ ਪਿਆਰੇ ਕਾਰ ਸੇਵਾ ਵਾਲੇ ਬਾਬਿਆਂ ਦੀ ਉਸ ਟੋਕਰੀ ਦੀ ਸੇਵਾ 'ਤੇ ਬੈਠੇ ਸਨ। ਆਮੋ ਸਾਹਮਣੇ ਹੋਏ, ਉੱਠ ਕੇ ਖੜ੍ਹੇ ਹੋ ਗਏ, ਫਤਿਹ ਬੁਲਾਈ। ਮੈਂ ਜੀ ਕਈ ਦਿਨਾਂ ਤੋਂ ਤੁਹਾਨੂੰ ਮਿਲਣਾ ਚਾਹੁੰਦਾ ਸੀ। ਮੈਂ ਕਿਹਾ ਜੀ ਮੈਂ ਹਾਜ਼ਰ ਹਾਂ, ਮਿਲੋ। ਕਹਿੰਦੇ ਮੈਨੂੰ ਇਹ ਦੱਸੋ ਕਿ ਬਾਣੀ ਪੜ੍ਹਨੀ ਚਾਹੀਦੀ ਹੈ ਕਿ ਸਿਮਰਨ ਕਰਨਾ ਚਾਹੀਦਾ? ਮੈਂ ਕਿਹਾ ਜੀ ਸਿਮਰਨ ਵੀ ਕਰਨਾ ਚਾਹੀਦਾ ਅਤੇ ਬਾਣੀ ਵੀ ਪੜ੍ਹਨੀ ਚਾਹੀਦੀ। ਬਾਣੀ ਪੜ੍ਹਾਂਗੇ ਅਤੇ ਬਾਣੀ ਇਹ ਦੱਸੇਗੀ ਸਿਮਰਨ ਕਿਉਂ ਕਰਨਾ, ਸਿਮਰਨ ਕਿਵੇਂ ਕਰਨਾ, ਸਿਮਰਨ ਕਿਸ ਦਾ ਕਰਨਾ। ਸਿਮਰਨ ਦਾ ਮਤਲਬ ਹੈ ਯਾਦ। ਇਸ ਲਈ ਬਾਣੀ ਵੀ ਪੜ੍ਹਨੀ ਚਾਹੀਦੀ ਅਤੇ ਸਿਮਰਨ ਵੀ ਕਰਨਾ ਚਾਹੀਦਾ। ਬਾਣੀ ਇਹ ਸਮਝਾਉਂਦੀ ਹੈ ਕਿ ਨਿਰਗੁਣਿਆਰ ਇਆਨਿਆ, ਸੋ ਪ੍ਰਭ ਸਦਾ ਸੰਭਾਲ। ਕਿਹੜਾ ਪ੍ਰਭੂ? ਜਿਨ ਕੀਆ, ਜਿਹਨੇ ਤੈਨੂੰ ਬਣਾਇਆ, ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ। ਫਿਰ ਅੱਗੇ ਇਸ਼ਟਪਦੀ ਪੜ੍ਹੋ, ਰਮਈਆ ਕੇ ਗੁਣ ਕਮਨ ਮੂਲ ਤੇ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨ। ਇਹ ਗਿਣਤੀ ਮਿਣਤੀ ਦੀ ਗੱਲ ਨਹੀਂ, ਇਹ ਕੋਈ ਮਾਲਾ ਦੀਆਂ ਗਿਣਤੀਆਂ ਕਰਨ ਦੀ ਗੱਲ ਨਹੀਂ। ਬਾਬਾ ਨਾਨਕ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਤੇਰੇ ਭੰਡਾਰ 'ਤੇ ਸਿਫਤਾਂ ਨਾਲ ਭਰੇ ਪਏ ਨੇ, ਪਰ ਹਾਂ ਜਿਸ 'ਤੇ ਤੂੰ ਕਿਰਪਾ ਕਰ ਦੇਵੇਂ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ। ਸਾਰਿਆਂ ਨੂੰ ਇਹ ਦਾਤ ਨਹੀਂ ਮਿਲਦੀ। ਕਈ ਸਾਡੇ ਵਿੱਚ ਨਾ ਸ਼ੁਕਰੇ ਵੀ ਹੈਗੇ ਨੇ, ਅਕਿਰਤ ਕਣ ਵੀ ਹੈਗੇ ਨੇ, ਜਿਹੜੇ ਉਸ ਦਾ ਦਿੱਤਾ ਲਈ ਵੀ ਜਾਂਦੇ ਨੇ, ਖਾਈ ਵੀ ਜਾਂਦੇ ਨੇ ਅਤੇ ਮੁੱਕਰੇ ਵੀ ਜਾਂਦੇ। ਕਿਤੇ ਲੈ ਲੈ ਮੁੱਕਰ ਪਾਏ, ਕਿਤੇ ਮੂਰਖ ਖਾਈ ਖਾਏ। ਗੁਰਬਾਣੀ ਕਹਿੰਦੀ ਹੈ ਨਾ ਅਸੀਂ ਉਸ ਦਾ ਅੰਤ ਪਾ ਸਕਦੇ ਹਾਂ, ਨਾ ਅੰਤ ਪਾਉਣ ਵਾਲੇ ਪਾਸੇ ਜਾਣਾ। ਹਾਂ, ਇਹ ਮੰਗ ਮੰਗਣੀ ਹੈ, ਹੇ ਵਾਹਿਗੁਰੂ, ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਭਾਈ ਮੂੰਹ ਦਾਤੜੀ, ਨਿਤ ਹਿਰਦੇ ਰੱਖਾਂ ਸਮਾ। ਸਾਹ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰੋ, ਹੰਕਾਰ ਛੱਡ ਕੇ ਉਹਦੇ ਚਰਨਾਂ ਵਿੱਚ ਬੇਨਤੀ ਕਰੋ। ਜਿਵੇਂ ਭਗਤ ਫਰੀਦ ਜੀ ਨੇ ਕੀਤੀ ਹੈ, ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨ ਦੇ,
ਜੇ ਤੂੰ ਐਵੇਂ ਰਖਸੀ ਜਿਉਂ ਸਰੀਰੋਂ ਲੈ। हे ਵਾਹਿਗੁਰੂ, ਜੇ ਤੇਰੀ ਮਿਹਰ ਹੋ ਜਾਏ ਅਸੀਂ ਹਰ ਵੇਲੇ ਤੇਰਾ ਸਿਮਰਨ ਕਰੀਏ। ਸਿਮਰਨ ਕੀ ਕਰੇਗਾ? ਨਾਨਕ ਸੱਚ ਸਵਾਰਨ ਹਾਰਾ। ਉਹ ਸਾਡੇ ਜੀਵਨ ਨੂੰ ਸਵਾਰ ਦੇਗਾ, ਸਾਡੇ ਜੀਵਨ ਵਿੱਚ ਆਈਆਂ ਕਮੀਆਂ ਨੂੰ ਦੂਰ ਕਰ ਦੇਗਾ ਅਤੇ ਹੌਲੀ ਹੌਲੀ ਸਾਨੂੰ ਆਪਣਾ ਸਰੂਪ ਬਣਾ ਲਏਗਾ। ਤੋ ਸਾਧ ਸੰਗਤ, ਗੁਰੂ ਨੇ ਜਿਤਨੀ ਕੁ ਤੁਛ ਬੁੱਧ ਬਖਸ਼ੀ ਹੈ ਉਹਦੇ ਅਨੁਸਾਰ ਸ਼ਬਦ ਦਾ ਪਾਠ, ਸ਼ਬਦ ਦੀ ਵਿਚਾਰ, ਸ਼ਬਦ ਦੇ ਉਚਾਰਨ ਸੰਬੰਧੀ ਆਪ ਜੀ ਨਾਲ ਵਿਚਾਰ ਸਾਂਝੀ ਕੀਤੀ ਹੈ। ਜੇ ਕੋਈ ਭੁੱਲ ਚੁੱਕ ਹੈ ਉਹ ਮੇਰੀ ਹੈ, ਮੇਰਾ ਗੁਰੂ ਅਭੁੱਲ ਹੈ। ਜੋ ਗੁਰੂ ਨੇ ਪੂਰਨੇ ਪਾਏ ਨੇ, ਆਓ ਸਾਰੇ ਉਹਦੇ ਉੱਤੇ ਚੱਲਣ ਦਾ ਯਤਨ ਕਰੀਏ। ਇਹ ਕਦੇ ਨਾ ਆਖੀਏ ਕਿ ਅਸੀਂ ਰੱਬ ਦਾ ਅੰਤ ਪਾਉਣਾ ਹੈ, ਕਿਉਂਕਿ ਬਾਬੇ ਨੇ ਕਹਿ ਦਿੱਤਾ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵਲ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। 2 ਦਿਨ ਦੀ ਹੋਰ ਸੇਵਾ ਗੁਰੂ ਨੇ ਬਖਸ਼ੀ ਹੈ। ਇਸੇ ਤਰ੍ਹਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਸਾਰੇ ਰਲ ਕੇ ਬਾਣੀ ਦਾ ਉਚਾਰਨ ਕਰਦੇ ਹੋ, ਬਾਣੀ ਰੂਪ ਹੋ ਜਾਂਦੇ ਹੋ, ਵਾਤਾਵਰਨ ਬਦਲ ਜਾਂਦਾ ਹੈ, ਸੁਰਤੀ ਜੁੜ ਜਾਂਦੀ ਹੈ। ਬਸ ਇਹ ਬਖਸ਼ਿਸ਼ ਮੰਗੋ ਅਤੇ ਜੇ ਉਹ ਕਿਰਪਾ ਕਰ ਦੇਵੇ, ਨਾਨਕ ਸੱਚ ਸਵਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ